ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਚੈਪਟਰ ਨੰਬਰ 5 ਟੌਪਿਕ ਲਿਮਿਟੇਸ਼ਨ ਜਾਂ ਡਿਸਐਡਵਾਂਟੇਜ ਆਫ ਪਾਰਟਨਰਸ਼ਿਪ ਕਿ ਸਾਨੂੰ ਪਾਰਟਨਰਸ਼ਿਪ ਦੇ ਕੀ ਹਾਨੀਆਂ ਹੋ ਸਕਦੀਆਂ। ਸੋ ਵਨ ਬਾਈ ਵਨ ਇਹਨੂੰ ਡਿਸਕਸ ਕਰਾਂਗੇ। ਫਸਟਲੀ ਆ ਜਾਂਦਾ ਅਨਲਿਮਿਟਡ ਲਾਇਬਿਲਿਟੀ। ਅਨਲਿਮਿਟਡ ਲਾਇਬਿਲਿਟੀ ਦਾ ਮੀਨਸ ਅਸੀਮਤ ਦੇਣਦਾਰੀ। ਜਿਹੜੀ ਅਨਲਿਮਿਟਡ ਲਾਇਬਿਲਿਟੀ ਹੁੰਦੀ ਹੈ ਇਹ ਪਾਰਟਨਰ ਨੂੰ ਡਿਸਕਰੇਜ ਕਰਦੀ ਆ from further growth of business because it increase the risk। ਜਦੋਂ ਬਿਜ਼ਨਸ ਦੇ ਵਿੱਚ ਕੋਈ ਵੀ ਓਪਰਚੁਨਿਟੀ ਆਉਂਦੀ ਆ ਉਹਦੇ ਨਾਲ ਰਿਸਕ ਵੀ ਰਾਈਜ਼ ਹੁੰਦਾ ਵਾ। ਸੋ ਕਈ ਪਾਰਟਨਰਸ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਰਿਸਕ ਲੈਣ ਤੋਂ ਡਰਦੇ ਆ ਤੇ ਉਹ ਓਪਰਚੁਨਿਟੀਜ਼ ਦੀ ਐਡਵਾਂਟੇਜ ਨਹੀਂ ਲੈਂਦੇ। ਇਹ ਕੀ ਹੋ ਜਾਂਦੀ ਇੱਕ ਤਰ੍ਹਾਂ ਦੀ ਲਿਮਿਟੇਸ਼ਨ ਬਣ ਜਾਂਦੀ ਹੈ ਕਿਉਂਕਿ ਆਪਣੇ ਕੋਲ ਓਪਰਚੁਨਿਟੀਜ਼ ਕੀ ਆ ਲੋਸ ਹੋ ਜਾਂਦੀ ਤੇ ਬਿਜ਼ਨਸ ਦੀ ਗਰੋਥ ਨਹੀਂ ਹੋ ਪਾਉਂਦੀ। ਨੈਕਸਟ ਆ ਜਾਂਦਾ ਲਿਮਟਡ ਰਿਸੋਰਸਿਸ। ਲਿਮਟਡ ਰਿਸੋਰਸਿਸ ਦਾ ਮੀਨਸ ਜਿਹੜੇ ਆਪਣੇ ਕੋਲ ਸਰੋਤ ਉਹ ਸਾਡੇ ਕੋਲ ਬਹੁਤ ਥੋੜ੍ਹੇ ਹੁੰਦੇ ਆ। ਦ ਨੰਬਰ ਆਫ ਪਾਰਟਨਰ ਆਰ ਮਚ ਲੈਸ ਦੈਨ ਦ ਮੈਕਸੀਮਮ ਪਰਮਿਟਡ ਨੰਬਰ ਇਨ ਪਾਰਟਨਰਸ਼ਿਪ ਫਰਮ ਇਨ ਆਰਡਰ ਟੂ ਮੇਨਟੇਨ ਹਾਰਮਨੀ। ਉਹ ਕਹਿੰਦੇ ਕਿ ਜਿਹੜੇ ਆਪਣੇ ਕੋਲ ਨੰਬਰਸ ਹੁੰਦੇ ਆ ਮੈਕਸੀਮਮ ਲਿਮਿਟ ਜਿਹੜੀ ਹੁੰਦੀ ਆ ਉਹਦੇ ਤੋਂ ਵੀ ਆਪਣੇ ਘੱਟ ਹੁੰਦੇ ਆ ਪਾਰਟਨਰਸ ਘੱਟ ਹੋਣ ਕਰਕੇ ਉਹਨਾਂ ਦੀ ਕੈਪੀਟਲ ਜਿਹੜੀ ਹੁੰਦੀ ਆ ਉਹ ਵੀ ਕੀ ਆ ਘੱਟ ਹੁੰਦੀ ਆ। ਥੀਸ ਪਾਰਟਨਰ ਪੂਲ ਦੇਅਰ ਪਰਸਨਲ ਸੇਵਿੰਗਸ ਐਂਡ ਬੋਰਵਿੰਗ ਟੁਵਾਰਡ ਦਾ ਕੈਪੀਟਲ ਆਫ ਫਰਮ। ਉਹ ਕਹਿੰਦੇ ਜਿਹੜੇ ਪਾਰਟਨਰ ਹੁੰਦੇ ਆ ਉਹ ਫਿਰ ਕੀ ਕਰਦੇ ਆਪਣੀ ਜਿਹੜੀ ਪਰਸਨਲ ਸੇਵਿੰਗਸ ਹੋਣਗੀਆਂ ਤੇ ਬੋਰਵਿੰਗਸ ਹੋਣਗੀਆਂ ਉਹਨਾਂ ਨੂੰ ਹੀ ਯੂਜ਼ ਕਰਦੇ ਆ ਫਰਮ ਨੂੰ ਚਲਾਉਣ ਦੇ ਲਈ। ਰਿਜ਼ਲਟ ਕੀ ਨਿਕਲਿਆ ਕਿ ਆਪਣੇ ਰਿਸੋਰਸ ਕੀ ਸੀਗੇ ਲਿਮਟਿਡ ਸੀਗੇ। ਨੈਕਸਟ ਆ ਜਾਂਦਾ ਅਨਸਰਟਨ ਕੰਟੀਨਿਊਟੀ। ਅਨਸਰਟਨ ਕੰਟੀਨਿਊਟੀ ਮਤਲਬ ਕਿ ਇਹਦੇ ਜਿਹੜੇ ਚੱਲਦੇ ਰਹਿਣ ਦੀ ਅਨਸਰਟਨਟੀ ਮਤਲਬ ਕਿ ਕੋਈ ਨਿਸ਼ਚਿਤਤਾ ਨਹੀਂ ਹੈਗੀ ਕਿ ਇਹ ਕਿੰਨੇ ਸਾਲ ਚੱਲੂਗੀ। ਦਿਸ ਇਜ਼ ਦਾ ਸੀਰੀਅਸ ਡਰਾਬੈਕ ਆਫ ਪਾਰਟਨਰਸ਼ਿਪ। ਇਹ ਬਹੁਤ ਵੱਡੀ ਡਿਸਐਡਵਾਂਟੇਜ ਹੁੰਦੀ ਹੈ। ਪਾਰਟਨਰਸ਼ਿਪ ਕੈਨ ਕਮ ਟੂ ਐਨ ਐਂਡ ਐਟ ਐਨੀ ਟਾਈਮ ਵਿਦ ਦਾ ਡੈਥ ਇੰਸੋਲਵੈਂਸੀ ਔਰ ਲੂਨੈਂਸੀ ਆਫ ਦਾ ਪਾਰਟਨਰਸ। ਉਹ ਕਹਿੰਦੇ ਕਿਸੇ ਵੀ ਪਾਰਟਨਰ ਦੇ ਡੈਥ ਹੋਣ 'ਤੇ ਜਾਂ ਉਹ ਦਿਵਾਲੀਆ ਹੋ ਸਕਦਾ ਜਾਂ ਉਹ ਪਾਗਲ ਹੋ ਸਕਦਾ। ਇਸ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਆਉਂਦੀ ਹੈ ਜੇ ਪਾਰਟਨਰ ਇੱਕ ਜਾਂ ਦੋ ਜਿੰਨੇ ਪਾਰਟਨਰ ਹੈਗੇ ਉਹ ਬਿਜ਼ਨਸ ਨੂੰ ਛੱਡ ਕੇ ਚਲੇ ਜਾਣਗੇ ਤਾਂ ਪਾਰਟਨਰਸ਼ਿਪ ਦੀ ਜਿਹੜੀ ਡੈਫੀਨੇਸ਼ਨ ਆ ਉਹ ਖਤਮ ਹੋ ਜਾਏਗੀ ਤੇ ਪਾਰਟਨਰਸ਼ਿਪ ਫਰਮ ਖਤਮ ਹੋ ਜਾਏਗੀ। ਸੋ ਕਲੀਅਰ ਆ ਜਿਹੜੀ ਇਹਦੀ ਕੰਟੀਨਿਊਟੀ ਆ ਇਹ ਸਰਟਨ ਨਹੀਂ ਹੁੰਦੀ ਅਨਸਰਟਨ ਹੁੰਦੀ ਹੈ। ਕਿਸੇ ਵੀ ਟਾਈਮ ਤੇ ਪਾਰਟਨਰਸ਼ਿਪ ਫਰਮ ਖਤਮ ਹੋ ਸਕਦੀ ਆ। ਨੈਕਸਟ ਆਉਂਦਾ ਲੈਕ ਆਫ ਹਾਰਮਨੀ। Lack of harmony means the success of partnership depend on mutual understanding, confidence and cooperation. But wherever there are more people, there can be difference of opinion which lead to discord or consequently। ਉਹ ਕਹਿੰਦੇ ਕਿ ਜਿਸ ਟਾਈਮ ਤੇ ਜਿਹੜੀ ਪਾਰਟਨਰਸ਼ਿਪ 'ਚ ਮੇਨ ਫੀਚਰਸ ਕੀ ਹੁੰਦਾ ਵਾ ਕਿ ਇਹਦੇ 'ਚ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੁੰਦੀ ਆ। ਪਰ ਜਦੋਂ ਜ਼ਿਆਦਾ ਲੋਕ ਹੋਣਗੇ ਪਾਰਟਨਰਸ਼ਿਪ ਦੇ ਵਿੱਚ ਉਹਨਾਂ ਦੇ ਓਪੀਨੀਅਨ ਅਲੱਗ-ਅਲੱਗ ਹੋਣਗੇ। ਮੰਨ ਲਓ ਏ ਸੀਗਾ ਪਾਰਟਨਰ ਉਹਦੀ ਸੋਚ ਕੋਈ ਹੋਰ ਸੀਗੀ ਬੀ ਉਹਦੀ ਥਿੰਕਿੰਗ ਕੋਈ ਹੋਰ ਆ ਬੀ ਹੋਰ ਵੇ ਨਾਲ ਸੋਚ ਰਿਹਾ ਏ ਹੋਰ ਵੇ ਨਾਲ ਸੋਚ ਰਿਹਾ ਵਾ। ਜਦੋਂ ਉਹਨਾਂ ਦੇ ਓਪੀਨੀਅਨ ਦੇ ਵਿੱਚ ਡਿਫਰੈਂਸ ਰਾਈਜ਼ ਹੋ ਜਾਏਗਾ ਤੇ ਇਹਦਾ ਕੀ ਹੋਏਗਾ ਕਿ ਉਹਨਾਂ 'ਚ ਕੋਆਰਡੀਨੇਸ਼ਨ ਨਹੀਂ ਹੋਏਗੀ। ਰਿਜ਼ਲਟ ਕੀ ਹੁੰਦਾ ਕੋਆਰਡੀਨੇਸ਼ਨ ਨਹੀਂ ਹੋਏਗੀ। ਜਦੋਂ ਕੋਆਰਡੀਨੇਸ਼ਨ ਨਹੀਂ ਹੋਏਗੀ ਤੇ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਰਨ ਨਹੀਂ ਕਰ ਪਾਉਣਗੇ। ਨੈਕਸਟ ਆ ਜਾਂਦਾ ਲੈਕ ਆਫ ਪ੍ਰਮੋਟ ਐਂਡ ਕੁਇਕ ਡਿਸੀਜ਼ਨ। ਜਿਹੜੇ ਕੁਇਕ ਡਿਸੀਜ਼ਨ ਲੈਣ ਦੀ ਇਹਦੇ ਵਿੱਚ ਬਹੁਤ ਵੱਡੀ ਲਿਮਿਟੇਸ਼ਨ ਹੁੰਦੀ ਆ ਬਿਕੋਜ਼ ਐਵਰੀ ਪਾਰਟਨਰ ਇਜ਼ ਟੂ ਬੀ ਕੰਸਲਟ ਬਿਫੋਰ ਟੇਕਿੰਗ ਦਾ ਮੇਜਰ ਡਿਸੀਜ਼ਨ। ਆਪਾਂ ਇਹਦੇ ਫੀਚਰਸ ਦੇ ਵਿੱਚ ਡਿਸਕਸ ਕੀਤਾ ਸੀ। ਪਾਰਟਨਰਸ਼ਿਪ ਦੇ ਵਿੱਚ ਜਦੋਂ ਕਿਸੇ ਪਾਰਟਨਰ ਨੇ ਕੋਈ ਡਿਸੀਜ਼ਨ ਲੈਣਾ ਹੁੰਦਾ ਤੇ ਉਹਨੇ ਬਾਕੀ ਪਾਰਟਨਰ ਦੇ ਨਾਲ ਡਿਸਕਸ ਕਰਨਾ ਹੁੰਦਾ। ਸੋ ਜਦੋਂ ਉਹਨੇ ਦੂਸਰੇ ਪਾਰਟਨਰ ਦੇ ਨਾਲ ਡਿਸਕਸ ਕਰਨਾ ਉਹਦੀ ਟਾਈਮ ਦੀ ਵੇਸਟੇਜ ਤਾਂ ਹੋਏਗੀ। ਜਦੋਂ ਟਾਈਮ ਦੀ ਵੇਸਟੇਜ ਹੁੰਦੀ ਹੈ ਤੇ ਆਪਣੇ ਜਿਹੜੇ ਵੈਲਿਊਏਬਲ ਓਪਰਚੁਨਿਟੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਗਵਾ ਬੈਠਦੇ ਹਾਂ। ਨੈਕਸਟ ਆਉਂਦਾ ਲਿਮਿਟੇਸ਼ਨ ਆਫ ਟ੍ਰਾਂਸਫਰ ਆਫ ਸ਼ੇਅਰ। No partner can transfer his share to third person or take his share back from third person without the consent of all partners। ਉਹ ਕਹਿੰਦੇ ਕਿ ਜਿਹੜਾ ਪਾਰਟਨਰ ਆ ਉਹ ਬਿਨਾਂ ਆਪਣੀ ਮਰਜ਼ੀ ਤੋਂ ਬਿਨਾਂ ਦੂਸਰਿਆਂ ਦੀ ਮਰਜ਼ੀ ਤੋਂ ਠੀਕ ਆ ਉਹ ਆਪਣਾ ਸ਼ੇਅਰ ਕਿਸੇ ਹੋਰ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ। ਕਲੀਅਰ ਆ ਆਪਣੀ ਮਰਜ਼ੀ ਦੇ ਨਾਲ ਉਹ ਆਪਣਾ ਸ਼ੇਅਰ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ ਤੇ ਨਾ ਹੀ ਆਪਣਾ ਸ਼ੇਅਰ ਕਿਸੇ ਹੋਰ ਕੋਲੋਂ ਲੈ ਸਕਦਾ ਵਾ। ਸੋ ਇੱਕ ਤਰ੍ਹਾਂ ਦੀ ਲਿਮਿਟੇਸ਼ਨ ਹੁੰਦੀ ਆ ਪਾਰਟਨਰਸ਼ਿਪ ਦੇ ਵਿੱਚ ਅਸੀਂ ਦੂਸਰੇ ਦੀ ਕੰਸੈਂਟ ਤੋਂ ਬਿਨਾਂ ਅਸੀਂ ਟ੍ਰਾਂਸਫਰ ਸ਼ੇਅਰ ਨਹੀਂ ਕਰ ਸਕਦੇ। ਨੈਕਸਟ ਆ ਜਾਂਦਾ ਬਰਡਨ ਆਫ ਇੰਪਲਾਈਡ ਏਜੰਸੀ। If a partner is dishonest and the insincere
sincere, he may bind all other partner for act done by him for the business। ਕਹਿੰਦੇ ਜੇ ਇੱਕ ਪਾਰਟਨਰ ਡਿਸਹੋਨੈਸਟ ਆ, ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦਾ ਪਿਆ ਤੇ ਆਪਣੇ ਕੰਮ ਨੂੰ ਲੈ ਕੇ ਸੀਰੀਅਸ ਵੀ ਨਹੀਂ ਹੈਗਾ, ਜੇ ਬਾਈ ਚਾਂਸ ਉਹਨੇ ਗਲਤ ਕੋਈ ਕੰਮ ਕਰਤਾ, ਉਹ ਕੰਮ ਦੇ ਲਈ ਜੇ ਕਿਸੇ ਤਰ੍ਹਾਂ ਦੀ ਲਾਇਬਿਲਿਟੀ ਅਰਾਈਜ਼ ਹੁੰਦੀ ਆ ਤੇ ਸਾਰੇ ਪਾਰਟਨਰ ਹੀ ਲਾਇਬਲ ਹੋਣਗੇ ਉਹ ਲਾਇਬਿਲਿਟੀ ਨੂੰ ਪੇ ਕਰਨ ਦੇ ਲਈ। ਨੈਕਸਟ ਆ ਜਾਂਦਾ ਲੈਕ ਆਫ ਪਬਲਿਕ ਫੇਥ। ਪਾਰਟਨਰਸ਼ਿਪ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਕੰਪਲਸਰੀ ਨਹੀਂ ਹੁੰਦੀ ਕਿ ਅਸੀਂ ਅਕਾਊਂਟ ਨੂੰ ਪਬਲਿਸ਼ ਕਰੀਏ। ਸੋ ਦ ਪਾਰਟਨਰਸ਼ਿਪ ਇਜ਼ ਨੋਟ ਲਾਇਬਲ ਟੂ ਪਬਲਿਸ਼ ਦ ਐਨੂਅਲ ਅਕਾਊਂਟਸ, ਇਟ ਫਰਦਰ ਰੇਜ਼ ਦ ਡਾਊਟਸ ਇਨ ਦ ਮਾਈਂਡ ਆਫ ਦ ਜਨਰਲ ਪਬਲਿਕ। ਜਦੋਂ ਪਾਰਟਨਰਸ਼ਿਪ ਫਰਮ ਦੇ ਅਕਾਊਂਟਸ ਨੂੰ ਪਬਲਿਸ਼ ਨਹੀਂ ਕੀਤਾ ਜਾਂਦਾ ਤਾਂ ਜਿਹੜੀ ਪਬਲਿਕ ਹੁੰਦੀ ਆ ਉਹਦੇ ਮਾਈਂਡ ਦੇ ਵਿੱਚ ਇੱਕ ਤਰ੍ਹਾਂ ਦੇ ਡਾਊਟਸ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਪਤਾ ਨਹੀਂ ਉਹ ਫਰਮ ਦੇ ਐਸੈਟਸ ਕਿੰਨੇ ਹੋਣਗੇ, ਕਿੰਨੀਆਂ ਲਾਇਬਿਲਿਟੀਜ਼ ਹੋਣਗੀਆਂ। ਇਸ ਡਾਊਟ ਦੇ ਕਰਕੇ ਇਹ ਕੀ ਹੋ ਜਾਂਦਾ, ਜਿਹੜਾ ਪਬਲਿਕ ਦਾ ਕੌਨਫੀਡੈਂਸ ਹੁੰਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਫਰਮ ਤੇ ਇਫੈਕਟ ਕੀ ਪਏਗਾ, ਆਪਣੀ ਗੁੱਡਵਿਲ ਆ ਜਿਹੜੀ ਫਰਮ ਦੀ ਉਹ ਵੀ ਰਿਡਿਊਸ ਹੋ ਜਾਏਗੀ। ਸੋ ਸਟੂਡੈਂਟਸ, ਇਹ ਆਪਣੇ ਡਿਸਐਡਵਾਂਟੇਜ ਸੀਗੇ ਕਿ ਪਾਰਟਨਰਸ਼ਿਪ ਦੇ ਸਾਨੂੰ ਕੀ ਕੀ ਨੁਕਸਾਨ ਹੋ ਸਕਦੇ ਆ। ਨੈਕਸਟ ਆ ਜਾਂਦਾ ਸੂਟੇਬਿਲਿਟੀ ਆਫ ਪਾਰਟਨਰਸ਼ਿਪ ਫਾਰਮ ਆਫ ਦਾ ਆਰਗੇਨਾਈਜੇਸ਼ਨ, ਕਿ ਜਿਹੜੀ ਪਾਰਟਨਰਸ਼ਿਪ ਦੀ ਫਰਮ ਆ ਇਹ ਆਪਣੇ ਕਿਹੜੇ ਆਰਗੇਨਾਈਜੇਸ਼ਨ ਲਈ ਸੂਟੇਬਲ ਹੋ ਸਕਦੀ ਆ। ਠੀਕ ਆ, ਮੇਨਲੀ ਇਹਦੇ ਵਿੱਚ 3 ਪੁਆਇੰਟਸ ਆ ਜਿਹੜੇ ਆਪਾਂ ਡਿਸਕਸ ਕਰਾਂਗੇ। ਫਸਟਲੀ ਆ ਜਾਂਦਾ ਸੂਟੇਬਲ ਫॉर ਸਰਵਿਸ ਇੰਡਸਟਰੀ। ਜਿਹੜੀ ਪਾਰਟਨਰਸ਼ਿਪ ਫਰਮ ਆ ਇਹ ਆਰਗੇਨਾਈਜੇਸ਼ਨ ਇਜ਼ ਦਾ ਮੋਸਟ ਐਪਰੋਪ੍ਰੀਏਟ ਵੇਅਰ ਦਾ ਪਰਸਨਲ ਸਰਵਿਸ ਸਚ ਐਜ਼ ਅਕਾਊਂਟਿੰਗ, ਲੀਗਲ, ਮੈਡੀਕਲ ਐਟਸੈਕਟਰਾ ਆਰ ਪ੍ਰੋਵਾਈਡਡ ਟੂ ਦ ਕਲਾਇੰਟਸ। ਉਹ ਕਹਿੰਦੇ ਜਿੱਥੇ ਪਰਸਨਲ ਸਰਵਿਸ ਪ੍ਰੋਵਾਈਡ ਕੀਤੇ ਜਾਂਦੀਆਂ ਉਹਨਾਂ ਬਿਜ਼ਨਸ ਦੇ ਲਈ ਵੀ ਆਪਣੀ ਜਿਹੜੀ ਪਾਰਟਨਰਸ਼ਿਪ ਫਰਮ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ। ਰੀਜ਼ਨ ਕੀ ਆ, ਜਿਹੜੇ ਕਲਾਇੰਟ ਹੁੰਦੇ ਆ, ਜਿਸ ਤਰ੍ਹਾਂ ਕਿ ਕੋਈ ਡਾਕਟਰ ਦਾ, ਠੀਕ ਹੈ, ਡਾਕਟਰ ਨੂੰ ਖੁਦ ਚੈੱਕਅਪ ਕਰਨਾ ਪੈਂਦਾ ਆਪਣੇ ਪੇਸ਼ੈਂਟ ਦਾ, ਇਹਦੇ 'ਚ ਪਰਸਨਲ ਅਟੈਂਸ਼ਨ ਦੀ ਲੋੜ ਹੁੰਦੀ ਆ ਤੇ ਜਿਹੜੇ ਪਾਰਟਨਰਸ ਆ ਉਹ ਪਰਸਨਲ ਅਟੈਂਸ਼ਨ ਆਪਣੇ ਕਸਟਮਰ ਨੂੰ ਪ੍ਰੋਵਾਈਡ ਕਰ ਸਕਦੇ ਆ। ਨੈਕਸਟ ਆ ਜਾਂਦਾ suitable for medium enterprise, thus the combining of capital, labor and skill by all partner facilitate the firm or managing the medium size business। ਕਹਿੰਦੇ ਜਿਹੜੀ ਕੈਪੀਟਲ ਹੁੰਦੀ ਆ, ਲੇਬਰ ਹੁੰਦੀ ਜਾਂ ਸਕਿੱਲਸ ਹੁੰਦੀਆਂ, ਇਹ ਸਾਰੇ ਕੀ ਫੈਸਿਲਿਟੇਟ ਕਰਦੇ ਆ ਕਿ ਅਸੀਂ ਮੀਡੀਅਮ ਸਾਈਜ਼ ਬਿਜ਼ਨਸ ਰਨ ਕਰ ਸਕੀਏ। ਮੀਡੀਅਮ ਸਾਈਜ਼ ਬਿਜ਼ਨਸ ਜਿਹੜਾ ਹੁੰਦਾ ਵਾ ਉਹ ਨਾ ਤਾਂ ਇਕੱਲਾ ਸੋਲ ਪ੍ਰੋਪਰਾਈਟਰ ਚਲਾ ਸਕਦਾ, ਕਿਉਂਕਿ ਜਿਹੜੇ ਸੋਲ ਪ੍ਰੋਪਰਾਈਟਰ ਹੁੰਦਾ ਵਾ ਉਹ ਕੀ ਕਰ ਸਕਦਾ, ਸਿਰਫ ਬਹੁਤ ਜਿਹੜਾ ਛੋਟੇ ਸਾਈਜ਼ ਦੇ ਬਿਜ਼ਨਸ ਹੁੰਦੇ ਆ ਉਹ ਚਲਾਉਂਦੇ ਆ, ਤੇ ਜਿਹੜੀ ਕੰਪਨੀਜ਼ ਹੁੰਦੀਆਂ ਉਹ ਵੱਡੇ ਸਾਈਜ਼ ਦੇ ਬਿਜ਼ਨਸ ਚਲਾਉਂਦੇ ਆ, ਤੇ ਜਿਹੜਾ ਮੀਡੀਅਮ ਸਾਈਜ਼ ਬਚਦਾ ਉਹ ਕੌਣ ਚਲਾਏਗਾ, ਪਾਰਟਨਰਸ਼ਿਪ ਫਰਮਸ ਉਹਨਾਂ ਨੂੰ ਰਨ ਕਰਦੀਆਂ। ਨੈਕਸਟ ਆ ਜਾਂਦਾ ਸੂਟੇਬਲ ਫॉर ਡਿਸਟ੍ਰੀਬਿਊਸ਼ਨ। ਜਿਹੜੇ ਪਾਰਟਨਰਸ਼ਿਪ ਫਰਮ ਆ ਇਹ ਡਿਸਟ੍ਰੀਬਿਊਸ਼ਨ ਦਾ ਕੰਮ, ਜਿਸ ਤਰ੍ਹਾਂ ਕਿ ਹੋਲਸੇਲ ਦਾ, ਰਿਟੇਲ ਦਾ, ਇਹਨਾਂ ਐਕਟੀਵਿਟੀਜ਼ ਲਈ ਵੀ ਸੂਟੇਬਲ ਹੋਏਗਾ। ਨੈਕਸਟ ਆ ਜਾਂਦਾ ਡਿਫਰੈਂਸ ਪਾਰਟਨਰਸ਼ਿਪ ਤੇ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਆਪਾਂ ਡਿਫਰੈਂਸ ਦੇਖਾਂਗੇ ਕਿ ਇਹਨਾਂ 'ਚ ਕੀ ਡਿਫਰੈਂਸ ਆ। 1 by 1 ਪੁਆਇੰਟ ਡਿਸਕਸ ਕਰਾਂਗੇ। ਫਸਟਲੀ ਆ ਜਾਂਦਾ ਐਕਟ। ਜਿਹੜੀ ਪਾਰਟਨਰਸ਼ਿਪ ਫਰਮ ਆ, ਪਾਰਟਨਰਸ਼ਿਪ ਨੂੰ ਐਕਟ 1932 ਕੀ ਆ ਗਵਰਨ ਕਰਦਾ, ਇਹ ਇਹਨੂੰ ਮੈਨੇਜ ਕਰਦਾ ਵਾ। ਨੈਕਸਟ ਆ ਜਾਂਦਾ ਸੋਲ ਪ੍ਰੋਪਰਾਈਟਰਸ਼ਿਪ। ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਆ ਇਹਦੇ ਲਈ ਕੋਈ ਸਪੈਸੀਫਿਕ ਐਕਟ ਹਜੇ ਤੱਕ ਨਹੀਂ ਬਣਿਆ ਹੈਗਾ। ਅੱਗੇ ਆਉਂਦਾ ਨੰਬਰ। ਪਾਰਟਨਰਸ਼ਿਪ ਦੇ ਲਈ ਮਿਨੀਮਮ ਨੰਬਰ ਹੈਗੇ 2 ਮੈਂਬਰਸ, ਠੀਕ ਆ। ਮੈਕਸੀਮਮ ਇਹ ਰੋਂਗ ਆ, ਮੈਕਸੀਮਮ ਹੋ ਸਕਦੇ ਆ 10 ਬੈਂਕਿੰਗ ਦੇ ਵਿੱਚ, ਤੇ ਜਿਹੜੇ ਅਦਰਸ ਕੰਪਨੀਜ਼ ਹੁੰਦੀਆਂ ਉਹਨਾਂ ਵਿੱਚ ਕਿੰਨੇ ਹੋ ਸਕਦੇ ਆ 20, ਠੀਕ ਆ। ਨੈਕਸਟ ਆ ਇਹਦਾ ਸੋਲ ਪ੍ਰੋਪਰਾਈਟਰਸ਼ਿਪ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਸਿਰਫ ਇੱਕ ਹੀ ਮੈਂਬਰ ਹੁੰਦਾ ਵਾ, ਠੀਕ ਹੈ। ਨਨ ਅਦਰ ਮੈਂਬਰ ਸੋਲ ਪ੍ਰੋਪਰਾਈਟਰ ਹਿਮਸੈਲਫ, ਦੂਸਰੇ ਮੈਂਬਰਸ ਨਹੀਂ ਹੁੰਦੇ। ਜੇ ਬਾਕੀ ਮੈਂਬਰਸ ਮਿਲ ਜਾਣਗੇ ਉਹ ਕੀ ਹੋ ਸਕਦਾ, ਜੁਆਇੰਟ ਹਿੰਦੂ ਫੈਮਿਲੀ ਫਰਮ ਬਣ ਸਕਦੀ ਹੈ ਜਾਂ ਫਿਰ ਪਾਰਟਨਰਸ਼ਿਪ ਬਣ ਸਕਦੀ ਆ। ਸੋ ਕਲੀਅਰ ਆ, ਜਿਹੜਾ ਪਾਰਟਨਰਸ਼ਿਪ ਹੈ ਇਹਦੇ ਵਿੱਚ ਮਿਨੀਮਮ ਕਿੰਨੇ ਹੋਣੇ ਚਾਹੀਦੇ ਮੈਂਬਰ 2, ਮੈਕਸੀਮਮ 10 ਹੋ ਸਕਦੇ ਆ ਬੈਂਕਿੰਗ ਦੇ ਵਿੱਚ, 20 ਹੋ ਸਕਦੇ ਆ ਅਦਰ ਬਿਜ਼ਨਸ ਦੇ ਵਿੱਚ। ਅੱਗੇ ਆ ਜਾਂਦਾ ਕੈਪੀਟਲ। ਕੈਪੀਟਲ ਇਜ਼ ਕੰਟਰੀਬਿਊਟਡ ਬਾਈ ਆਲ ਦਾ ਪਾਰਟਨਰਸ। ਜਿਹੜੀ ਕੈਪੀਟਲ ਹੁੰਦੀ ਹੈ ਪਾਰਟਨਰਸ਼ਿਪ ਦੇ ਵਿੱਚ ਸਾਰੇ ਪਾਰਟਨਰ ਮਿਲ ਕੇ ਕੰਟਰੀਬਿਊਟ ਕਰਦੇ ਆ। ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਕੀ ਆ, ਇਕੱਲਾ ਓਨਰ ਹੀ ਹੁੰਦਾ ਵਾ ਜਿਹੜੇ ਆਪਣੇ ਓਨਰ ਰਿਸੋਰਸ ਨੂੰ ਕੰਟਰੀਬਿਊਟ ਕਰੇਗਾ। 4th ਪੁਆਇੰਟ ਸੀਕ੍ਰੇਸੀ। ਜਿਹੜਾ ਪਾਰਟਨਰਸ਼ਿਪ ਆ, ਪਾਰਟਨਰਸ਼ਿਪ ਦੇ ਵਿੱਚ ਜਿੰਨੇ ਸੀਕ੍ਰੇਟ ਹੋਣਗੇ ਬਿਜ਼ਨਸ ਦੇ ਉਹ ਸਾਰੇ ਪਾਰਟਨਰ ਆਪਸ ਦੇ ਵਿੱਚ ਸ਼ੇਅਰ ਕਰਨਗੇ।
ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਪ੍ਰੋਪਰਾਈਟਰ ਇਕੱਲਾ ਹੁੰਦਾ ਬਿਜ਼ਨਸ ਨੂੰ ਚਲਾਉਣ ਲਈ ਤੇ ਆਪਣੇ ਸੀਕ੍ਰੇਟ ਬਿਜ਼ਨਸ ਦੇ ਇਕੱਲਾ ਆਪਣੇ ਕੋਲ ਹੀ ਰੱਖ ਸਕਦਾ, ਉਹਨੂੰ ਕਿਸੇ ਨਾਲ ਸ਼ੇਅਰ ਕਰਨ ਦੀ ਕੋਈ ਵੀ ਲੋੜ ਨਹੀਂ ਹੁੰਦੀ। ਸਟੂਡੈਂਟਸ ਅੱਗੇ ਆ ਜਾਂਦਾ ਰਜਿਸਟ੍ਰੇਸ਼ਨ। ਰਜਿਸਟ੍ਰੇਸ਼ਨ ਮੀਨ ਦ ਰਜਿਸਟ੍ਰੇਸ਼ਨ ਆਫ ਪਾਰਟਨਰਸ਼ਿਪ ਇਜ਼ ਨੋਟ ਕੰਪਲਸਰੀ। ਪਾਰਟਨਰਸ਼ਿਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਨਹੀਂ ਹੁੰਦੀ। ਬਟ ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਉਹਦੇ ਵਿੱਚ ਵੀ ਇੱਦਾਂ ਦੀ ਕੋਈ ਕੰਡੀਸ਼ਨ ਅਪਲਾਈ ਨਹੀਂ ਹੁੰਦੀ ਕਿ ਜਿਹੜਾ ਸਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇ। ਨੈਕਸਟ ਆਇੰਦਾ ਰਿਸਕ। In the partnership, the risk is shared by all the partner in a ratio to their profit. ਪਾਰਟਨਰਸ਼ਿਪ ਦੇ ਵਿੱਚ ਜਿਹੜਾ ਵੀ ਰਿਸਕ ਹੋਏਗਾ ਉਹ ਪਾਰਟਨਰ ਦੇ ਵਿੱਚ ਆਪਸੀ ਜਿਹੜੀ ਰੇਸ਼ੋ ਡਿਸਾਈਡ ਕੀਤੀ ਹੋਊਗੀ ਉਹਦੇ ਵਿੱਚ ਡਿਵਾਈਡ ਕੀਤਾ ਜਾਏਗਾ। ਬਟ ਪ੍ਰੋਪਰਾਈਟਰ ਦੇ ਵਿੱਚ ਕੀ ਆ, ਪ੍ਰੋਪਰਾਈਟਰ ਦੇ ਵਿੱਚ ਇੱਕ ਜਿਹੜਾ ਸੋਲ ਪ੍ਰੋਪਰਾਈਟਰ ਦੇ ਵਿੱਚ ਪ੍ਰੋਪਰਾਈਟਰ ਜਿਹੜਾ ਇਕੱਲਾ ਮਾਲਕ ਹੁੰਦਾ ਉਹ ਹੀ ਸਾਰੇ ਰਿਸਕ ਨੂੰ ਸ਼ੇਅਰ ਕਰੇਗਾ। ਅੱਗੇ ਆਉਂਦਾ ਐਗਰੀਮੈਂਟ। For the formation of partnership, an agreement between partners is necessary. ਕਹਿੰਦੇ ਜਦੋਂ ਪਾਰਟਨਰਸ਼ਿਪ ਬਣਾਉਣੀ ਆ ਉਹਦੇ ਉਸ ਟਾਈਮ ਤੇ ਪਾਰਟਨਰ ਦੇ ਵਿੱਚ ਐਗਰੀਮੈਂਟ ਹੋਣਾ ਜ਼ਰੂਰੀ ਆ, ਠੀਕ ਹੈ। ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਇੱਦਾਂ ਦੀ ਫਾਰਮੈਲਿਟੀ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਕਿਸੇ ਨਾਲ ਵੀ ਕੋਈ ਐਗਰੀਮੈਂਟ ਨਹੀਂ ਕਰਨਾ ਹੁੰਦਾ। ਅੱਗੇ ਆ ਜਾਂਦਾ ਮੈਨੇਜਮੈਂਟ। Management means all the partner can take part in the management of the business. ਜਿੰਨੇ ਪਾਰਟਨਰ ਆ ਉਹ ਸਾਰੇ ਬਿਜ਼ਨਸ ਦੀ ਪਾਰਟਨਰਸ਼ਿਪ ਦੇ ਜਿੰਨੇ ਵੀ ਡਿਸੀਜ਼ਨ ਆ ਉਹ ਸਾਰੇ ਵਿੱਚ ਇਨਵੋਲਵ ਹੋ ਸਕਦੇ ਆ, ਮੀਨਸ ਮੈਨੇਜਮੈਂਟ ਦਾ ਉਹ ਪਾਰਟ ਹੁੰਦੇ ਆ। ਬਟ ਜਿਹੜਾ ਪ੍ਰੋਪਰਾਈਟਰ ਆ, ਪ੍ਰੋਪਰਾਈਟਰ ਕੀ ਹੁੰਦਾ, ਓਵਰਆਲ ਇੰਚਾਰਜ ਹੋਏਗਾ ਤੇ ਇਕੱਲਾ ਉਹੀ ਹੁੰਦਾ ਜਿਹਨੇ ਮੈਨੇਜ ਤੇ ਕੰਟਰੋਲ ਕਰਨਾ ਹੁੰਦਾ ਬਿਜ਼ਨਸ ਨੂੰ। ਨੈਕਸਟ ਆ ਜਾਂਦਾ ਡਿਵੀਜ਼ਨ ਆਫ ਪ੍ਰੋਫਿਟ। ਇਨ ਪਾਰਟਨਰਸ਼ਿਪ ਆਲ ਦਾ ਪਾਰਟਨਰਸ ਸ਼ੇਅਰ ਦਾ ਪ੍ਰੋਫਿਟ। ਜਿਹੜੇ ਪਾਰਟਨਰ ਹੋਣਗੇ ਸਾਰੇ ਹੀ ਪ੍ਰੋਫਿਟ ਨੂੰ ਸ਼ੇਅਰ ਕਰਨਗੇ। ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਇਕੱਲਾ ਪ੍ਰੋਪਰਾਈਟਰ ਹੀ ਉਹਨੂੰ ਕਲੇਮ ਕਰ ਸਕਦਾ ਪ੍ਰੋਫਿਟ ਨੂੰ। ਅੱਗੇ ਆ ਜਾਂਦਾ ਅਨਸਰਟੇਨਿਟੀ। ਅਨਸਰਟੇਨਿਟੀ ਮੀਨਸ ਅਨਿਸ਼ਚਿਤਤਾ। ਗ੍ਰੇਟਰ ਡਿਗਰੀ ਆਫ ਅਨਸਰਟੇਨਿਟੀ ਇਨ ਦਾ ਪਾਰਟਨਰਸ਼ਿਪ। ਜਿਹੜਾ ਪਾਰਟਨਰਸ਼ਿਪ ਦੇ ਵਿੱਚ ਨਿਸ਼ਚਿਤਤਾ ਹੁੰਦੀ ਆ, ਠੀਕ ਆ, ਬਟ ਇਨ ਇਟ ਇਜ਼ ਦਾ ਮੋਸਟ ਅਨਸਰਟਨ ਫਾਰਮ ਆਫ ਬਿਜ਼ਨਸ। ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਹੁੰਦੀ ਆ ਇਹ ਅਨਸਰਟਨ ਹੁੰਦੀ ਆ। ਰੀਜ਼ਨ ਕੀ ਆ, ਜੇ ਇਹਦੇ ਵਿੱਚ ਜਿਹੜਾ ਮਾਲਕ ਆ ਉਹਦੀ ਡੈਥ ਹੋਊਗੀ ਤਾਂ ਬਿਜ਼ਨਸ ਹੀ ਖਤਮ ਹੋ ਜਾਏਗਾ। ਬਟ ਪਾਰਟਨਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਮਾਈਨਸ ਦੇ ਚਾਂਸਸ ਹੁੰਦੇ ਆ ਕਿ ਉਹ ਬਿਜ਼ਨਸ ਨੂੰ ਰਨ ਕਰਦੇ ਰਹਿਣ। ਅੱਗੇ ਆਉਂਦਾ ਐਡਵਾਈਸ। ਇਨ ਪਾਰਟਨਰਸ਼ਿਪ ਕੰਸੈਂਟ ਆਫ ਐਵਰੀ ਪਾਰਟਨਰ ਇਜ਼ ਰਿਕੁਆਇਰਡ ਬਿਫੋਰ ਟੇਕਿੰਗ ਐਨੀ ਮੇਜਰ ਡਿਸੀਜ਼ਨ। ਕਿਸੇ ਤਰ੍ਹਾਂ ਦਾ ਮੇਜਰ ਡਿਸੀਜ਼ਨ ਲੈਣ ਤੋਂ ਪਹਿਲਾਂ ਉਹ ਆਪਸ ਦੇ ਵਿੱਚ ਡਿਸਕਸ ਕਰਦੇ, ਕੰਸੈਂਟ ਹਰ ਪਾਰਟਨਰ ਦੀ ਜ਼ਰੂਰੀ ਹੁੰਦੀ ਆ। ਬਟ ਪ੍ਰੋਪਰਾਈਟਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੁੰਦੀ, ਉਹ ਇਕੱਲਾ ਹੀ ਡਿਸੀਜ਼ਨ ਆਪਣੀ ਮਰਜ਼ੀ ਨਾਲ ਲੈ ਸਕਦਾ। ਲਾਸਟ ਆ ਜਾਂਦਾ ਟ੍ਰਾਂਸਫਰ ਆਫ ਇੰਟਰਸਟ। ਪਾਰਟਨਰਸ਼ਿਪ ਦੇ ਵਿੱਚ ਨੋ ਪਾਰਟਨਰ ਕੈਨ ਟ੍ਰਾਂਸਫਰ ਹਿਜ਼ ਇੰਟਰਸਟ ਵਿਦਆਊਟ ਦਾ ਕੰਸੈਂਟ ਆਫ ਆਲ ਦਾ ਪਾਰਟਨਰਸ। ਉਹ ਕਹਿੰਦੇ ਜਿਹੜਾ ਇੰਟਰਸਟ ਆ ਕੋਈ ਵੀ ਪਾਰਟਨਰ ਦੂਸਰੇ ਦੀ ਕੰਸੈਂਟ ਤੋਂ ਬਿਨਾਂ ਆਪਣਾ ਸ਼ੇਅਰ ਟ੍ਰਾਂਸਫਰ ਨਹੀਂ ਕਰ ਸਕਦਾ। ਤੇ ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਹੁੰਦਾ, ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਉਹ ਆਪਣਾ ਟ੍ਰਾਂਸਫਰ ਕਰ ਸਕਦਾ ਸ਼ੇਅਰ ਕਿਸੇ ਹੋਰ ਨੂੰ ਕਿਸੇ ਵੀ ਮੂਵਮੈਂਟ ਤੇ, ਠੀਕ ਆ। ਸੋ ਕਲੀਅਰ ਹੈ ਤੁਹਾਨੂੰ ਇਹ ਸਾਰਾ ਡਿਫਰੈਂਸ। ਆਪਾਂ ਡਿਫਰੈਂਸ ਸਟੂਡੈਂਟਸ ਕੀਤਾ ਸੀਗਾ। ਇੱਕ ਤਾਂ ਪਾਰਟਨਰਸ਼ਿਪ ਸੀਗੀ, ਸੈਕਿੰਡ ਸੀਗਾ ਸੋਲ ਪ੍ਰੋਪਰਾਈਟਰਸ਼ਿਪ, ਕਿ ਇਹਨਾਂ ਵਿੱਚ ਕੀ ਡਿਫਰੈਂਸ ਹੁੰਦਾ ਵਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਥੈਂਕ ਯੂ।